आप पढ़ा, मेरे मोबाइल तो मैसेज आ गया भी तेरी वैक्सीन होगी, लेकिन मेरे को तो ईमान में रोजे ना पिया ना डॉक्टर नहीं पहुंचा। कमाल मैं वेखी है भी एवं भी हो सकती है। गरीब बैठे ही आधा काम कर लिया, आधा लगे फिर नहीं, मैं तो वेखते रहा ना। अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਦੋਸਤੋ, ਬੈਕ ਸਾਈਡ ਤੇ ਸਾਜਿਦ ਬਾਈ ਨੇ ਤੇ ਸਖੀ ਮੁਹੰਮਦ ਹੈਗੇ ਨੇ ਤੇ ਉਹਨਾਂ ਦੇ ਜਾਨਵਰ ਹੋ ਗਏ ਨੇ ਬਿਮਾਰ ਤੇ ਸਾਜਿਦ ਬਾਈ ਦੇ ਕੋਲ ਬੱਠਲ ਹੈ ਤੇ ਉਹਦੇ ਵਿੱਚ ਜਨਾਬ ਨੇ ਰੋਟੀਆਂ ਰੱਖੀਆਂ ਹੋਈਆਂ ਨੇ। ਪੂਰੀ ਗੱਲਬਾਤ ਲੈਣੇ ਉਹਨਾਂ ਕੋਲੋਂ, ਤਫਸੀਲ ਪੁੱਛਣੀ ਹੈ ਵੀ ਜਾਨਵਰਾਂ ਨੂੰ ਕੀ ਹੋਇਆ ਹੈ ਤੇ ਇਹਨਾਂ ਦਾ ਇਲਾਜ ਕਿਉਂ ਨਹੀਂ ਹੋਇਆ ਜਾਂ ਕਿਉਂ ਨਹੀਂ ਕਰਾਉਂਦੇ ਪਏ। ਤੇ ਆਓ ਚਲੀਏ ਗੱਲ ਕਰੀਏ। अस्सलाम वालेकुम जी। वालेकुम सलाम जी। ਸਾਜਿਦ ਬਾਈ ਕੀ ਹਾਲ ਹੈ? ठीक मियाँ जी, तुसीं सुनाओ। ਸਾਜਿਦ ਬਾਈ ਇਹ ਤੁਸੀਂ ਜਿਹੜੇ ਆ ਰੋਟੀਆਂ ਨੇ ਬੱਠਲੇ 'ਚ ਲਈ ਖੜੇ ਹੋ, हाँ जी, ਕੀ ਹੋਇਆ ਹੈ? ਇਹ ਜੀ ਗਾਂ ਸਾਡੇ ਨੂੰ ਮੂੰਹ ਖੋਰਾਇਆ ਖੜਾ ਤੇ ਸਰਕਾਰੀ ਡਾਕਟਰ ਜਿਹੜੇ ਨੂੰ ਉਹ ਇੱਥੇ ਆਉਂਦੇ ਕੋਈ ਨਹੀਂ ਸਾਡੇ ਕੋਲ ਟੀਕੇ ਲਾਉਣ। ਟੀਕੇ ਲਾਉਣ ਨਹੀਂ ਆਉਂਦੇ ਪਏ? ਨਹੀਂ ਕੋਈ ਨਹੀਂ ਆਉਂਦੇ। ਕਿੰਨੇ ਜਾਨਵਰ ਬਿਮਾਰ ਹੋ ਗਏ ਨੇ ਤੁਹਾਡੇ? ਸਾਡੇ ਹੋਏ ਖੜੇ ਕੋ 5-7 ਡਾਕਟਰ ਬਿਮਾਰ। 5-7? ਮੈਨੂੰ ਪਹਿਲਾਂ ਵਿਖਾਓ ਤਫਸੀਲ ਨਾਲ, ਮੈਨੂੰ ਪਤਾ ਲੱਗੇ ਵੀ ਕਿਹੜਾ ਕਿਹੜੇ ਬਿਮਾਰ ਹੈ। ਅੱਛਾ ਜੀ, ਇੱਕ ਜੀ ਇਹ ਬਿਮਾਰ ਹੋਈ ਖੜੀ ਇੱਕ ਇਹ ਬਿਮਾਰ ਹੋ ਗਈ। ਦੋਵੇਂ ਚ ਖੜੀਆਂ ਨੇ ਤੇ ਇੱਕ ਦੋ ਇਕੱਠੇ ਖੜੇ ਨੇ ਖੱਚ ਕੇ। ਅੱਛਾ, ਦੋ ਦੋਸਤੋ ਉਹਨਾਂ ਦੇ ਅੱਗੇ ਸ਼ੈੱਡ ਦੇ ਥੱਲੇ ਨੇ, ਉਹ ਵੀ ਮੈਂ ਤੁਹਾਨੂੰ ਵਿਖਾ ਲਵਾਂ। ਦੋ ਸਾਹਮਣੇ ਬੈਠੀਆਂ ਨੇ, ਝੱਗ ਮਾਰਦੀਆਂ ਪਈਆਂ ਨੇ ਦੋਨੋਂ ਮੂੰਹ ਦੇ ਵਿੱਚੋਂ। ਆਓ ਚੈੱਕ ਕਰ ਲਓ। ਉਹ ਦੋ, ਬਲਕਿ ਦੋ ਦੀ ਵੀ ਜੋ ਮੇਰਾ ਖਿਆਲ ਤੀਸਰੀ ਵੀ ਬਿਮਾਰ ਹੀ ਹੈਗੇ। ਤੇ ਹੋਰ ਕਿਹੜੀਆਂ ਨੇ? ਦੋ ਇਕੱਠੇ ਬਿਮਾਰ। ਦੋ ਇਕੱਠੇ ਇਹਨਾਂ ਦੇ ਬਿਮਾਰ ਆ ਲਓ। ਕੋਈ ਮਹਿਕਮਾ ਵੀ ਆਪਣੀ ਜਿਹੜੀ ਹੈ ਨਾ ਡਿਊਟੀ ਉਹ ਨਿਭਾਉਣ ਤੇ ਰਾਜ਼ੀ ਨਹੀਂ ਹੈਗਾ। ਹੁਣ ਇਹ ਵੀ ਜੱਗ ਬਾਈ ਆਉਂਦੀ ਹੈ, ਅੰਦਰ ਵਾਲੇ ਜਾਨਵਰ ਵੀ ਜੱਗ ਬਾਈ ਆਉਂਦੇ ਨੇ। ਤੇ ਇਹ ਸਾਜਿਦ ਬਾਈ ਮੈਨੂੰ ਦੱਸੋ ਵੀ ਲੱਖਾਂ ਕਰੋੜਾਂ ਦਾ ਫੰਡ ਜਿਹੜੀ ਹੈ ਹਕੂਮਤ ਦਿੰਦੀ ਹੈ ਇਹਨਾਂ ਡਾਕਟਰਾਂ ਨੂੰ, ਖਾਸ ਕਰਕੇ ਲਾਈਫ ਸਟਾਕ ਵਾਲਿਆਂ ਨੂੰ, ਤੇ ਉਹਨਾਂ ਆ ਕੇ ਟੀਕੇ ਕਿਉਂ ਨਹੀਂ ਲਾਏ? ਬਾਅਦ ਜੀ ਲੈ ਤੇ ਖਾ ਲੈਂਦੇ ਨੇ ਹਕੂਮਤ, ਉੱਥੇ ਬਾਹਰ ਛੱਡਦੀ ਵੀ ਬਸ ਉਹ ਕਰਦੇ ਪੈਣ ਉਹਨਾਂ ਨੂੰ ਉੱਥੇ ਵਿਖਾ ਦਿੰਦੇ ਨੇ ਵੀ ਅਸੀਂ ਜੀ ਹਾਜ਼ਰੀ ਦੇ ਆਏ ਆ। ਹਾਜ਼ਰੀ ਦੇ ਆਏ। ਹਾਜ਼ਰੀ ਦੇ ਆਏ, ਉੱਥੇ ਦੱਸ ਦਿੱਤਾ ਜੀ ਤੇ ਆਪ ਘਰੀ ਬੈਠੇ ਰਹਿ ਖਾਦੀ ਰੱਖਾ ਜਿਹੜਾ ਫੰਡ ਉਹਨਾਂ ਨੂੰ ਦਿੰਦਾ। ਇਹ ਜੀ ਜਿਹੜੇ ਹੈਗੇ ਨੇ ਸਰਕਾਰੀ ਡਾਕਟਰ, ਉਹ ਜੀ ਆਪਣੇ ਉਹ ਤਾਂ ਉੱਥੇ ਕਾਲਸਾ ਟੀਕੇ ਲਾ ਤੇ ਬੈਠੇ ਹਨ ਜੀ। ਅਸੀਂ ਸਰਕਾਰੀ ਲਾਏ ਡੰਗਰਾਂ ਨੂੰ ਟੀਕੇ, ਲੇਕਿਨ ਸਾਡੇ ਕੋਲੇ ਤਾਂ ਇੱਥੇ ਜਿਹੜਾ ਨਾ ਸੂਈ ਦੇ ਨਾ ਲਾਉਣ ਜੋਗਾ ਵੀ ਕੋਣੀ ਵੀ ਉੱਥੋਂ ਆਉਂਦੇ ਪੈਣ ਡਾਕਟਰ ਸਰਕਾਰੀ। ਚੰਦ ਸਾਲ ਪਹਿਲੇ ਡਾਕਟਰ ਤਾਰਕ ਹੁੰਦਾ ਸੀ, ਹਾਂਜੀ, ਖੱਗਾ ਮੇਰ ਸ਼ਾਹ, ਉਹ ਤਾਂ ਬਕਾਇਦੀ ਨਾਲ ਟੀਕੇ ਵੀ ਲਾਉਂਦਾ ਸੀ। ਤੇ ਉਹ ਆਂਦਾ ਰਿਹਾ ਅੱਜ ਤੋਂ ਪਹਿਲੇ ਕੋਈ 2 ਸਾਲ ਜਿਹੜਾ ਰਿਹਾ ਨਾ, ਉਹ ਆਂਦਾ ਰਿਹਾ 6 ਮਹੀਨਿਆਂ ਪਿੱਛੋਂ, ਸਾਲ ਪਿੱਛੋਂ ਆਂਦਾ। ਮਤਲਬ ਉਹ ਟੀਕੇ ਲਾ ਜਾਂਦੇ ਸਨ। ਲਾ ਜਾਂਦਾ ਸੀ। ਜਦੋਂ ਦਾ ਉਹ ਗਿਆ, ਉਹਨਾਂ ਦੇ ਤਬਾਦਲਾ ਹੋਇਆ ਤੇ ਨਵੇਂ ਇੰਚਾਰਜ ਸਾਹਿਬ ਆਏ ਨੇ, ਨਵੇਂ ਜਿੱਦਾਂ ਦੇ ਆਏ ਨੇ ਉਦਾਂ ਦਾ ਕੋਈ ਡਾਕਟਰ ਨਹੀਂ ਹੈ ਤੇ ਸਾਡੇ ਕੋਲੇ ਪਹੁੰਚ ਨਹੀਂ ਆਇਆ। ਨਹੀਂ। ਤੇ ਇਹ ਜਾਨਵਰ ਆਪਣੇ ਨੇ ਬਿਮਾਰ ਹੋ ਗਏ ਨੇ। ਹੁਣ ਇਹ ਦੇਸੀ ਨੁਸਖਾ ਤੁਸੀਂ ਇਹ ਕਿਉਂ ਕਰਦੇ ਪਏ ਰੋਟੀਆਂ ਵਾਲੇ? ਕਿਹਨੇ ਦੱਸਿਆ? ਰੋਟੀਆਂ ਮੂੰਹ ਦੇ ਅੰਦਰ ਜਿਹੜਾ ਨਾ ਜ਼ਖਮ ਬਣੇ ਖੜੇ ਨੂੰ, ਤੇ ਉਹ ਜਿਹੜਾ ਨਾ ਗਰਮ ਗਰਮ ਰੋਟੀ ਜਿਲੇ ਖਵਾਸ ਹੈ, ਉਹ ਅਗਰ ਮੂੰਹ ਜਿਹੜਾ ਨਾ ਥੋੜਾ ਜਿਹਾ ਕੋਈ ਵਾਵਾ ਹੋ ਜਾ ਸੀਦਾ, ਉਹ ਮੁੜ ਪੱਠੇ ਪੁੱਠੇ ਖਾਣ ਲੱਗ ਜਾ ਸੀ ਤੇ 1-2 ਦਿਨਾਂ ਨੂੰ। ਖੱਗਾ ਮੇਰ ਸ਼ਾਹ ਹੁਣ ਕਿੰਦੀ ਡਿਊਟੀ ਹੁੰਦੀ ਹੈ? ਕੋਈ ਉੱਥੇ ਹੁੰਦਾ ਡਾਕਟਰ? ਕੋਈ ਗੁਲਾਮ ਰਸੂਲ ਹੈਗਾ ਜੀ, ਉਹਦੀ ਡਿਊਟੀ ਹੈਗੀ ਤੇ ਉਹਨੂੰ ਅਸੀਂ ਜਦੋਂ ਵੀ ਉਹਦੇ ਨਾਲ ਰਾਬਤਾ ਕਰਨੇ ਆਉਂਦਾ ਜੀ, ਮੇਰੇ ਕੋਲ ਤਾਂ ਦਵਾਈਆਂ ਹੀ ਕੋਈ ਸਰਕਾਰੀ ਪਤਾ ਨਹੀਂ ਹੈਗਾ, ਵੇਚ ਲੈਂਦੇ ਕਿ ਸਰਕਾਰੀ ਨੱਪੀ ਰੱਖਦਾ, ਕੀ ਕਰਦਾ ਤੇ ਕੀ ਨਹੀਂ ਕਰਦਾ। ਜਿੱਦਾਂ ਵੀ ਰਾਬਤਾ ਕਰਨੇ ਵੀ ਡਾਕਟਰ ਸਾਹਿਬ ਸਾਡੇ ਡੰਗਰ ਖੱਚ ਕੇ ਖੜੇ ਨੂੰ, ਉਹ ਆਂਦਾ ਜੀ ਗਵਰਨਮੈਂਟ ਨੇ ਮਗਰੋਂ ਦਵਾਈਆਂ ਹੀ ਨਹੀਂ ਆਲੀ ਗਲਾਈਆਂ, ਦਵਾਈਆਂ ਹੀ ਬੰਦ ਕਰ ਦਿੱਤੀਆਂ। ਦਵਾਈਆਂ ਹੀ ਬੰਦ ਕਰ ਦਿੱਤੀਆਂ। ਚਲੋ ਠੀਕ ਹੋ ਗਿਆ ਜੀ। ਤਾਂ ਆਓ ਜੀ ਹੁਣ ਤੁਹਾਨੂੰ ਮੈਂ ਵਿਖਾਣਾ ਜੀ ਸਖੀ ਮੁਹੰਮਦ ਦੇ ਜਾਨਵਰ, ਤੇ ਫਿਰ ਮੈਂ ਤੁਹਾਨੂੰ ਆਪਣੇ ਜਨਾਬ ਫਾਰਮ ਤੇ ਵੀ ਲੈ ਚੱਲਣਾ। ਆਪਣੇ ਜਾਨਵਰ ਵੀ ਖਚਕੇ ਪਏ ਨੇ, ਉਹਨਾਂ ਨੂੰ ਵੀ ਇਹੀ ਬਿਮਾਰੀ ਜੇ ਮੂੰਹ ਖੁਰ ਦੀ। ਤੇ ਆਓ ਚਲੀਏ ਪਹਿਲੇ ਸਖੀ ਮੁਹੰਮਦ ਦੇ ਜਾਨਵਰ ਵੀ। ਆਪਾਂ ਆ ਗਏ ਜੀ ਸਖੀ ਮੁਹੰਮਦ ਕੋਲ, ਤੇ ਮੇਰੇ ਕਜ਼ਨ ਦਾ ਮਾਲ ਹੈ ਜੀ ਮੁਜ਼ਮਲ ਹਸਨ ਬੱਟੂ ਦਾ ਜੀ। ਸਖੀ ਮੁਹੰਮਦ, ਕਿਹੜੇ ਕਿਹੜੇ ਜਾਨਵਰ ਆਪਣੇ ਬਿਮਾਰ ਨੂੰ ਜਿਨ੍ਹਾਂ ਨੂੰ ਮੂੰਹ ਖੁਰ ਹੈਗਾ? ਇਹ ਜਾਨਾ ਉਹ ਪਰੇ ਘੜਾ ਬੈਠੀ ਹੈ ਜੀ। ਅੱਛਾ, ਇਹ ਗਾਂ ਹੈਗੀ ਹੈ ਜੀ। ਠੀਕ ਹੈ। ਉਹ ਪਰਾ ਕੱਟਾ ਹੈ ਜੀ ਤੇ ਇਹ ਗਾਂ ਹੈਗੀ ਹੈ ਜੀ। ਅੱਛਾ, ਤੇ ਇਹ ਜੀ ਇਹਨਾਂ ਨੇ ਵੈਕਸੀਨ ਕਰਾਈ ਹੈ ਜੀ 12,500 ਦੇ ਪੱਲੋਂ। ਅੱਛਾ, ਤੇ ਕੋਈ ਨਹੀਂ ਫਰਕ ਪਿਆ ਜੀ। ਔਰ ਉਸ ਤੋਂ ਬਾਅਦ ਕੋਈ ਸਰਕਾਰੀ ਡਾਕਟਰ ਇੱਥੇ ਨਹੀਂ ਆਉਂਦਾ। ਸਰਕਾਰੀ ਡਾਕਟਰ ਨਹੀਂ ਆਉਂਦਾ। ਹਾਂਜੀ। ਤੇ ਇਹ ਤੇ ਸਾਡੇ ਨਾਲ ਜੀ ਨਜ਼ੀਰ ਭਾਈ ਹੈਗੇ ਨੇ, ਉਹਨਾਂ ਦੇ ਜਾਨਵਰ ਵੀ ਬੜੇ ਬਿਮਾਰ ਰਹੇ ਨੇ ਤੇ ਉਹਨਾਂ ਵੀ ਪ੍ਰਾਈਵੇਟ ਇਲਾਜ ਹੀ ਕਰਾਇਆ ਹੈ। ਤੇ ਜੀ ਨਜ਼ੀਰ ਭਾਈ अस्सलाम वालेकुम। वालेकुम सलाम। ਤੇ ਆਪ ਬੀਤੀ ਸੁਣਾਓ ਜੀ, ਤੁਹਾਡੇ ਜਾਨਵਰਾਂ ਨੂੰ ਮੂੰਹ ਖੁਰ ਆਇਆ ਤੇ ਸਰਕਾਰੀ ਡਾਕਟਰ ਜਿਹੜੇ ਨੇ ਉਹਨਾਂ ਨੇ ਕੀ ਕਾਰਗੁਜ਼ਾਰੀ ਕੋਈ ਅੰਤਾਦ ਆ ਅਈ ਹੋ ਗਏ ਨੇ, ਚੋਰ ਹੋ ਗਏ ਨੇ, ਮੂੰਹ ਵੀ ਸਾਰਾ ਤੇ ਪੈਰ ਵੀ ਗੜਾ ਨਾ, ਇਹ ਵੀ ਅੰਬੇ ਗਏ ਨੇ। ਕੋਈ ਅੱਜ ਤੋਂ ਪਹਿਲੇ ਕੋਈ ਆਂਦਾ ਵੀ ਮੈਂ ਵੈਕਸੀਨ ਆਂਦੀ ਵੀ ਡਾਕਟਰ ਆਂਦੇ ਪਏ ਨੇ। ਮੇਰੇ ਮੋਬਾਈਲ ਤੇ ਮੈਂ ਆਪ ਪੜਾ, ਐਵੇਂ ਮੈਸੇਜ ਆਇਆ ਕਿਸੇ ਬਹਿ ਤੇ ਡਾਕਟਰ ਕਰ ਦਿੱਤਾ, ਕੋਈ ਵੀ ਆਇਆ ਨਹੀਂ ਮੌਕੇ ਤੇ। ਅੱਛਾ, ਮੋਬਾਈਲ ਤੇ ਮੈਸੇਜ ਆ ਗਿਆ ਵੀ ਤੁਹਾਡੇ ਇੰਨੇ ਜਾਨਵਰਾਂ ਦਾ ਇਲਾਜ ਹੋ ਗਿਆ, ਅਸੀਂ ਟੀਕੇ ਲਗਾ ਦਿੱਤੇ ਨੇ। ਗਰੀਬ ਆਏ ਹੀ ਨਹੀਂ, ਪੁੱਛਿਆ ਦੱਸਿਆ ਹੀ ਨਹੀਂ ਗਿਆ। ਮੋੜ ਆਂਦੇ ਨੇ ਇੱਥੇ ਪੈਸੇ ਨਗਦ ਭਾਵੇਂ ਲੈ ਲਵਣ, ਤੇ ਸਰਕਾਰੀ ਗੱਡੀ ਆ ਕੁੰਦੀ ਨੇ ਮੋਟਰਸਾਈਕਲ, ਉਹ ਝੂਠਦੇ ਨੇ। ਦੂਜਾ ਅੱਲਾ ਕੀਤਾ, ਰੱਬ ਨੇ ਤਾਕਤ ਦਿੱਤੀ ਵੱਡੇ ਅਫਸਰਾਂ, ਉਹ ਦੂਜਾ ਡਾਲਾ ਲੈ ਤਾਂ ਮੈਂ ਆਪ ਕਈ ਵਾਰੀ ਵੇਖਿਆ ਰੋਡਾਂ ਤੇ ਫਿਰਦੇ, ਪਤਾ ਨਹੀਂ ਉਹਦਾ ਟੀਆ ਬਣਦਾ ਹੈ ਜਾਂ ਪਤਾ ਨਹੀਂ। ਹਕੂਮਤ ਕਮਜ਼ੋਰ ਨਹੀਂ ਹੁੰਦੀ, ਹਕੂਮਤ ਨਹੀਂ ਹੁੰਦੀ, ਲੇਕਿਨ ਉਹਨੂੰ ਇਲਮ ਨਹੀਂ ਹੁੰਦਾ। ਇਲਮ ਨਹੀਂ ਹੁੰਦਾ। ਇਲਮ ਹੋਵੇ
ਤੇ ਨਾਨੂੰ ਤਾਇਨਾਤ ਕਿਦਾ ਹਕੂਮਤ ਪੈਸੇ ਦਿੰਦੀ ਨਾਨੂੰ ਖਰਚੇ ਦਿੰਦੀ ਨਾ ਦੇ ਬੱਚਾ ਤੱਕ ਦਿੰਦੀ। ਉਹ ਜਿਹੜਾ ਇਹਨਾਂ ਦਾ ਕੋਈ ਡਾਲਾ ਹੁੰਦਾ ਉਹ ਤਾਂ ਹੁੰਦਾ ਸਪੈਸ਼ਲੀ ਬਕਦੇ ਐਮਰਜੈਂਸੀ ਵਾਸਤੇ। ਐਮਰਜੈਂਸੀ ਕੋ ਉਹ ਝੂਠੇ ਲੈਂਦੇ ਫਿਰਦੇ ਨਾ ਮੀਆਂ। ਅੱਛਾ ਝੂਠੇ ਲੈਂਦੇ ਨੇ। ਐਮਰਜੈਂਸੀ ਤੋਂ ਹੋਵੇ ਵੀ ਕਾਦੀ ਕਿ ਇੱਥੇ ਆਵੇ ਐਲਾਨ ਹੋ ਜਾਵੇ ਵੀ ਅਸੀਂ ਇੱਥੇ ਅੱਜ ਆ ਗਏ, ਅਗਲੇ ਦਾ ਵੀ ਅਗਲੇ ਪਿੰਡ ਦਾ ਕਰ ਲਵਣ, ਕਿਸੇ ਸ਼ਹਿਰ ਦਾ ਕਰ ਲਵਣ। ਕੋਈ ਮੀਆਂ ਇਹ ਜਾਂ ਕਿਸੇ ਦੀ ਸੋਚ ਹੀ ਨਹੀਂ। ਆ ਰਮਜ਼ਾਨ ਸ਼ਰੀਫ ਦਾ ਮਹੀਨਾ ਝੂਠ ਨਹੀਂ ਪੇ ਮਾਰਨਾ, ਬਿਲਕੁਲ ਫਰੀ ਸਾਰੇ ਖਾ ਰਹੇ ਨੇ ਪੀ ਰਹੇ ਨੇ, ਐਸ਼ ਪ੍ਰਸਤੀ ਹੈ, ਨਿੱਕਾ ਜਾਂ ਵੱਡਾ ਹੈ। ਮਹਿਕਮੇ ਲਾਈਵ ਸਟਾਕ ਮੈਂ ਕਹਿੰਦਾ ਬਿਲਕੁਲ ਲੋਹੇ ਤੋਂ ਲੀਕ ਜਿਹੜੀ ਆਪਣੀ ਕੌਂਸਲ ਹੈਗੀ ਹੈ ਖੱਗਾ ਮੇਰ ਸ਼ਾਹ ਚ, ਇਹ ਪਹਿਲੇ ਇੱਕ ਡਾਕਟਰ ਤਾਰਕ ਹੁੰਦਾ ਸੀ। ਹਾਂ ਬਿਲਕੁਲ ਤਾਰਕ ਹੈਗਾ ਤੇ ਬੜਾ ਲੈ ਜਾ ਤੇ ਚੰਗਾ ਯੰਗ ਪੁੱਤਰ ਚੰਗਾ। ਉਸ ਵਕਤ ਉਹ ਵਿਚਾਰਾ ਇੱਥੇ ਆਇਆ ਵੀ ਆ ਇੱਕ ਦੋ ਵਾਰੀ, ਉਹਨੇ ਫੇਰਾ ਮਾਰਿਆ, ਉਹਨੇ ਕੋਈ ਚੀਜ਼ ਹੋਵੇ ਵੀ ਮੈਂ ਹਾਜ਼ਰ ਹੈਗਾ, ਜਦੋਂ ਦੀ ਮੇਰਾ ਕੋਈ ਹਮਲਾ ਹੋਵੇ ਉਹਦੇ ਮਗਰ ਮੈਨੂੰ ਨਹੀਂ ਤੇ ਦੱਸੋ। ਸਹੀ ਉਹ ਬਹੁਤ ਅੱਛਾ ਲੈਕ ਪੁੱਤਰ ਆ। ਜਦੋਂ ਦਾ ਹੋ ਗਿਆ ਉਦੋਂ ਬਾਅਦ ਤੇ ਦਵਾਈਆਂ ਜਾਂ ਟੀਕੇ ਐਕਸ਼ਨ ਹੀ ਨਹੀਂ ਲਿਆ। ਸਹੀ ਵੀ ਨਹੀਂ ਲਿਆ, ਵੱਡਾ ਅਫਸਰ ਹੈ ਚਲੋ ਡਾਲਿਆ ਲੈ ਤੇ ਫਿਰਦੇ ਨੇ। ਚਾਹੀਦਾ ਉਹਨਾਂ ਨੂੰ ਹਮਲੇ ਨੂੰ ਬੜੇ ਤਾਇਨਾਤ ਕਰਨ ਜਾਂ ਕਿਹੜੇ ਫੇਰਾ ਸ਼ੇਰਾ ਮਾਰੋ, ਤੁਹਾਡੇ ਕੋਲ ਨਹੀਂ ਦਵਾਈ ਤਾਂ ਮੁਹੱਈਆ ਕਰੋ, ਜਾਂ ਹਕੂਮਤ ਨੂੰ ਆਖਣ। ਹਕੂਮਤ ਕਮਜ਼ੋਰ ਨਹੀਂ ਹੈਗੀ, ਅੰਨੀ ਜ਼ਰੂਰ ਹੋ ਸਕਦੀ, ਸਾਨੂੰ ਇਲਮ ਨਾ ਹੋਵੇ ਗਾਇਬ ਦਾ। ਇਹ ਜਿਹੜੇ ਨੇ ਅਫਸਰ ਜਿੰਨੇ ਵੀ ਹਨ ਪਹਿਲੇ ਹੈਗੇ ਆ, ਉਹ ਲਟਾਇਰ ਹੋ ਕੇ ਨਾਂਦੀ ਥਾਂ ਤੇ ਹਕੂਮਤ ਨੇ ਐਡਾ ਚੰਗਾ ਕੀਤਾ, ਰਲੀਫ ਨਾ ਦੇ ਮਗਰੋਂ ਪੁੱਤਰ ਆ ਗਏ ਨੇ। ਨਾਨੂੰ ਉਹਨਾਂ ਮੋਟਰਸਾਈਕਲ ਦਿੱਤੇ ਨੇ ਸਰਕਾਰੀ, ਉਹਨਾਂ ਨੂੰ ਡਾਲੇ ਦਿੱਤੇ। ਤਿਆਰਾਤ ਜਿਹੜੇ ਨਾ ਉਂਝ ਪੂਰੇ ਨੇ, ਲੇਕਿਨ ਅਸੀਂ ਆਖੀਏ ਤੇ ਸਾਡੇ ਅੱਗੇ ਮਸਾਇਲ ਸਵਾਲ ਹੈ ਕਿ ਵੀ ਸਾਡੇ ਕੋਲ ਸ਼ਾਇ ਕੋਈ ਨਹੀਂ ਹੈਗੀ, ਲੇਕਿਨ ਮੁੱਲ ਲਵਾਈਏ ਤਾਂ ਲਾ ਸਕਦੇ ਨੇ ਜਾਂ ਇਹ ਕਰ ਸਕਦੇ ਨੇ। ਉਹ ਆਸਣ ਆਦਾ ਮਾਰਜਨ ਲੈ ਲੈ ਸਨ, ਠੀਕ ਹੈ, ਖਬੋ ਜਾ ਸਨ ਜਾਂਦੇ ਰਹੇ ਸਨ। ये भी कोई खौफ है खुदा कर नांदे को नहीं चाहिए तो नानू अल्लाह ताला माफ़ करे। अगर नानू हुकूमत दे रही है तो नहीं इस्तेमाल कर ले तो मुड़े भी देनेदार हैं, लेकिन जानवर लम्मे हुए पे ने। ਤੁਹਾਡੇ ਕਿੰਨੇ ਜਾਨਵਰ ਮਤਲਬ ਵੀ ਬਿਮਾਰ ਹੋਏ ਤੇ ਕਿੰਨਾ साढ़े ਖਰਚਾ 9 ਹੋਇਆ? जानवर कोल मुँह सारे नांदे अंबे गए ने, छाले हो गए, पैरों तो अंबे गए ने, बुरी हालत बेचारा न हुई है भी अगली कीती कदी सारी खूद भी होन जा कोई बेचारे टीके शीके लवाए ने, कोई कीता होवन कोई चावन लग पे ने। बहुत ज़्यादती है, जानवरां नाल ज़्यादती है। इहदे मालका साडा तो गुनाह कोई नहीं, कोई है किसी ने रब ने देन दित्ती भी तो उहदा ला अमल वो गलत कर रहे ने तो नानू ही पकड़ होनी है। तो हुकूमत नूं चाहिदा है इहदा एक्शन लवन या नानू दवाई नहीं तो नानू देवन। ਤੇ ਜੇ ਸਿਰ ਕੇ ਤੁਸੀਂ ਕਹਿੰਦੇ ਪਏ ਹੋ ਵੀ ਯਕਦਮ ਮੋਬਾਈਲ ਤੇ ਮੈਸੇਜ ਆ ਜਾਂਦਾ ਵੀ ਇਤਨੇ ਜਾਨਵਰਾਂ ਦੀ ਅਸੀਂ ਟ੍ਰੀਟਮੈਂਟ ਕਰ ਦਿੱਤੀ, ਇਲਾਜ ਕਰ ਦਿੱਤਾ। 4-5 मैंने आप पढ़ा मेरे मोबाइल पर मैसेज आ गया भी तेरी वैक्सीन होगी, लेकिन मेरे को तो ईमान में रोजे ना पिया ना डॉक्टर नहीं पहुंचा। कमाल मैं वेखी है भी एवें भी हो सकती है, घरी बैठे ही आधा काम कर लिया, आधा लगे फिर नहीं, मैं तो वेखते रहा ना। तो आ हुण जिसले आया ना मूँह खोर इन्हें तवाई कर चाहिए, इन्हों का कोई रिलीफ देंदे, कोई सोच दे। जानवर बेजबान यकीन लम्मे हुए पे ने, मूँह में जग वाह वाह छाले एडे एडे, ते पैरों से भी जरा पैर नहीं पिलाते, खोर अंबे पे ने। ਮਤਲਬ ਮਹਿਕਮਾ ਜਿਹੜਾ ਹੈ ਨਾ ਲਾਈਵ ਸਟਾਕ ਫੰਡ ਬੜੇ ਨੇ, ਫੰਡ ਬੜੇ ਲੇਕਿਨ ਨੇ। ਸਾਡੇ ਵਾਸਤੇ ਕੋਈ ਨਹੀਂ। ਸਾਡੇ ਵਾਸਤੇ ਬਿਲਕੁਲ ਹੈ ਹੀ ਕੋਈ ਨਹੀਂ। ਕੋਈ ਨਾ ਲਈਏ ਜਾਂ ਜਾਨੂੰ ਜਾਂ ਲਿਆਈਏ ਤਾਂ ਉਹ ਆਂਦਰ ਮੀਆਂ ਸਾਡੇ ਕੋ ਹੈ ਇਹ ਸਿਸਟਮ ਹੀ ਨਹੀਂ ਹੈਗਾ, ਦਵਾਈਆਂ ਹੀ ਕੋਈ ਇਹ ਨਹੀਂ। ਹੈਗਾ ਕੋਈ ਨਹੀਂ। ਉਹ ਗਰੀਬ ਹੈ ਨਾ, ਹੁਕੂਮਤ ਨੂੰ ਉਹਦੀ ਥਾਂ ਤੇ ਕੋਈ ਹੋਰ ਚੀਜ਼ ਚ ਦੇਵਣ ਨਾ, ਇਹ ਕਰਾਵਣ ਮੁਲਾਜ਼ਮਤ। ਉਹ ਯਾਰ ਐਡੇ ਔਖੇ ਤੇ ਜੁਰਦੇ ਨੇ, ਸਾਡੇ ਕੋਲ ਸ਼ੈ ਕੋਈ ਨਹੀਂ। ਤਾਂ ਐਵੇਂ ਪੇਮੈਂਟਾਂ ਲੈਂਦੇ ਪਰ ਖਾਂਦੇ ਪਰ ਉਹ ਨਾ ਕਰਨ। हुकूमत किसी को ज़कातां च कड्डे या इन्हां नूं अंज च देवे। ਨਾ ਜੀ ਅਗਰ ਪ੍ਰਾਈਵੇਟ ਇਲਾਜ ਕਰਾਉਣਾ ਹੈ ਤਾਂ प्राइवेट करावना है तो ਕਿੰਨੇ ਪੈਸੇ ਲੱਗੇ ਨੇ ਤੁਹਾਡੇ? मैं तो जनाब 8-8 700 एक जानवर का भरा जेड़े उन्हें टीके लाए ने, टीके लाए। देखा लाल है ਮਤਲਬ 9 ਜਾਨਵਰ 10-12,000 ਬਣ ਗਿਆ। बन गया। ये में ये यकीन जाने भी अं जी रोटी तो नहीं करता, मैं उन्होंने रोटियां गर्म कर से खुआ खुआ दे हुन जा बेचारा को सोर आई तो सानू भी सुख का साह हुन आया है। तो अल्लाह हर एक ते खैर करे तो मुल्क ते भी खैर करे। ये जी बात अमनी ना हो तो एवें जी लेना मतलब किवें आंदन एवें लग जाए वो चंगा ਹੋ ਜਾਂਦਾ ਜੀ। ਜੀ ਆ ਜਾਓ। ਹਾਂਜੀ ਸਦੀਕ ਖਾਨ। ਇੱਥੇ ਮੈਂ ਤਾਂ ਕੱਟਾ ਮੇਰਾ ਖਚਕਿਆ ਵਾ ਕੋਈ ਨਹੀਂ ਆ। ਅੱਛਾ। ਉਹਦੇ ਵਿੱਚ ਉਹਨੇ ਆਖਿਆ ਮੈਂ ਮੇਰਿਆਂ ਨੂੰ ਵੀ ਮੈਂ ਕਿਹਾ ਟੀਕੇ ਲਾ ਦਿਓ। ਉਹਨੇ ਆਖਿਆ ਵੀ ਇਹਦੀ ਫੀਸ ਜ਼ਿਆਦਾ ਹੈ। ਅੱਛਾ। ਮੈਂ ਆਖਿਆ ਕੀ ਜ਼ਿਆਦਾ, ਅੱਗੇ ਤਾਂ ਮੈਂ ਕਿਹਾ ਐਵੇਂ ਲਾ ਦੇ ਦਿੰਦਾ ਜੀ। ਹੂੰ। ਹੁਣ ਆਖੇ ਜਿਹੜਾ ਨਾ ਇਹ 500 ਰੁਪਈਆ ਲੱਗ ਸੀ ਡੰਗਰ ਦਾ। ਅੱਛਾ। ਮੈਂ ਗਰੀਬ ਆ, ਮੈਂ ਕਿਹਾ ਚਲੋ ਇਹ ਆ ਦੂਜਾ ਨੂੰ ਲਾਉਣ ਦਾ ਪੈਮਾ ਵੀ ਦੇਣਾ ਚਾ। ਇਹ ਜਿਹੜੇ 1000 ਰੁਪਏ ਦਿੱਤਾ 1000 ਇਹ ਖੱਗਾ ਮੇਰ ਸ਼ਾਹ ਵਾਲੇ ਜਿਹੜੇ ਹੈਗੇ ਨੇ ਡਾਕਟਰ, ਹਾਂਜੀ ਉਹਨਾਂ ਨੇ ਦਿੱਤਾ ਸੀ। ਹਾਂਜੀ ਤੇ ਮਤਲਬ ਵੀ 1000 ਰੁਪਏ ਲੱਗਾ ਤੇ ਫਿਰ ਤੁਹਾਡੇ ਜਾਨਵਰ ਠੀਕ ਹੋ ਗਏ। ਹਾਂ ਤੇ ਉਹਨਾਂ ਨੂੰ ਕੀ ਬਿਮਾਰੀ ਸੀ? ਭਈਆ ਮੂੰਹ ਖੋਰਾਂਦਾ ਪੈਰਾਂ ਤੇ ਆਇਆ। ਅੱਛਾ, ਮੂੰਹ ਖੋਰ ਆਇਆ ਖੜਾ ਪੈਰਾਂ ਤੇ। ਵੇਖ ਲਓ ਦੋਸਤੋ ਵੀ ਜਿਹੜਾ ਬੰਦਾ ਨਗਦ ਪੇਮੈਂਟ ਕਰਦਾ ਹੈਗਾ ਉਹਨਾਂ ਦਾ ਇਲਾਜ ਹੋ ਜਾਂਦਾ ਹੈ, ਤੇ ਜਿਹੜੇ ਪੈਸੇ ਨਹੀਂ ਭਰਦੇ
ਉਹਨਾਂ ਦਾ ਇਲਾਜ ਕੋਈ ਨਹੀਂ ਹੈਗਾ। ਮੂੰਹ ਖੁਰ ਆ ਗਿਆ ਤੇ ਪਹਿਲੇ ਬੱਚੇ ਨੂੰ ਆਇਆ, ਉਸ ਤੋਂ ਬਾਅਦ ਗਾਂ ਨੂੰ ਆਇਆ, ਉਸ ਤੋਂ ਬਾਅਦ ਮੁੜ ਗਾਂ ਨੂੰ ਆਇਆ। ਇਵੇਂ ਕਰਤੇ ਹੋਰ 2-3 ਜਾਨਵਰ ਨੇ ਉਹਨਾਂ ਨੂੰ ਆਇਆ। ਹੁਣ ਇੱਕ ਆਹ ਕਾਲੀ ਵਹਿੜ ਹੈ, ਇਹਨੂੰ ਆ ਗਿਆ ਜੀ। ਇਹ ਮੈਨੂੰ ਦੱਸੋ ਸਰਕਾਰੀ ਡਾਕਟਰ ਆਉਂਦੇ ਨੇ ਇਲਾਜ ਮੁਆਵਜ਼ਾ ਕਰਦੇ ਨੇ ਨਹੀਂ ਕਰਦੇ? ਨਹੀਂ ਜੀ, ਸਰਕਾਰੀ ਆਇਆ ਹੀ ਕੋਣੀ, ਪ੍ਰਾਈਵੇਟ ਮੰਗਾਣੇ ਉਹਨਾਂ ਕੋਲ ਟੀਕੇ ਲਵਾਉਣੇ ਪਏ। ਉਹਨਾਂ ਨੂੰ ਪੈਸੇ ਭਰਦੇ ਪਏ ਨੇ? ਹਾਂਜੀ, ਉਹਨਾਂ ਨੂੰ ਪੈਸੇ ਭਰਦੇ ਪਏ। ਸਰਕਾਰੀ ਡਾਕਟਰ ਕੋਈ ਨਹੀਂ ਆਇਆ? ਸਰਕਾਰੀ ਆ ਵੀ ਜਾਵੇ ਤਾਂ ਆਣਾ ਮੇਰੇ ਕੋਲ ਦਵਾਈਆਂ ਹੀ ਕੋਣੀ, ਦਵਾਈਆਂ ਹੀ ਕੋਈ ਨਹੀਂ। ਆਓ ਤਾਂ ਆਪਣੇ ਸਟੋਰ ਦੋਸਤੋ ਆਪਾਂ ਪਹੁੰਚ ਗਏ ਜਨਾਬ ਆਪਣੇ ਹੱਥੇ 'ਚ ਤੇ ਅਜ਼ਰ ਖੜਾ ਉਹਦੇ ਕੋਲ ਪੁੱਛਨੇ ਆ। ਅਜ਼ਰ ਖਾਂ, ਆਪਣੇ ਜਾਨਵਰ ਕਿੰਨੇ ਬਿਮਾਰ ਹੋਏ ਖੜੇ ਨੇ? ਇੱਕ ਆ ਕੱਟੀ ਹੈਗੀ ਹੈ, ਇੱਕ ਹੈ ਹੋ ਗਈ, ਠੀਕ ਹੈ। ਉਹ ਖੜੀ ਹੈ ਗੜਾਪ ਆਪਣੀ, ਇੱਕ ਉਹ ਗੜਾਬ ਖੜੀ ਆ ਉਰਲੀ। ਜਿਹੜੀ ਹਾਂਜੀ ਇਹ ਪਰਲੀ ਗੜਾਪ ਜਿਹੜੀ ਨੂੰ ਸੇਮ ਪਰਾਂ ਸਿੱਧੀ ਖੜੀ ਹੈ। ਹਾਂ ਇਹ ਐਵੇਂ ਜਿਵੇਂ ਲੰਗਾਉਂਦੀ ਪਈ ਹੈ, ਮਤਲਬ ਇੱਕ ਪੱਠੇ ਤੋਂ ਐ ਇਸ ਤੋਂ ਇੱਕ ਲੱਤ ਤੋਂ ਅੱਛਾ ਉਹ ਲੰਗਾਉਂਦੀ ਰਹੀ ਹੈ। ਮੈਂ ਘਰੋਂ ਆਦੇ ਅੱਬੂ ਦੇ ਹੁੱਕੇ ਦਾ ਪਾਣੀ ਲਿਆ ਦੇਣਾ, 2-3 ਦਿਨ ਉਹਨੂੰ ਜਾਣਾ ਹੈ, ਠੀਕ ਹੈ। ਉਹ ਠੀਕ ਹੋ ਗਿਆ। ਹੁਣ ਇਹਦੇ ਮੈਂ ਅੱਜ ਲਿਆ ਸੱਟਿਆ ਹੈਗਾ ਹੈ। ਅੱਲਾ ਨੇ ਮਿਹਰਬਾਨੀ ਕਰਤੀ, ਉਹ ਕੱਟੇ ਦਾ ਕਾਲ ਦੀ ਚੌਕੀ ਬਿਮਾਰ ਹੈ। ਹਾਂ ਤੇ ਦੋਸਤੋ ਅਸੀਂ ਜਨਾਬ ਕੱਲ ਉਹਦਾ ਪ੍ਰਾਈਵੇਟ ਇਲਾਜ ਕਰਵਾਇਆ ਹੈ ਤੇ ਲੇਕਿਨ ਉਹ ਖੜੀ ਕੋਈ ਨਹੀਂ ਹੁੰਦੀ ਪਈ ਤੇ ਇਹ ਹਾਲਾਤ। ਮੇਰਾ ਖਿਆਲ ਹੈ ਵੀ ਮਹਿਕਮਾ ਲਾਈਵ ਸਟਾਕ ਨੂੰ ਜਾਗ ਜਾਣਾ ਚਾਹੀਦਾ ਹੈ ਤੇ ਆਪਣੇ ਆਪਣੇ ਡਾਕਟਰਾਂ ਨੂੰ ਹਿਦਾਇਤ ਦੇਣੀ ਚਾਹੀਦੀ ਹੈ। ਤੇ ਮੇਰਾ ਖਿਆਲ ਹੈ ਵੀ ਪੂਰੇ ਪੰਜਾਬ ਦਾ ਇਹ ਹੀ ਹਾਲ ਹੋਵੇਗਾ ਜਿਹੜਾ ਸਾਡੇ ਪਿੰਡ ਦੀਆਂ ਮੱਝਾਂ ਨੂੰ ਆਖਲਾ ਮੂੰਹ ਖੁਰ। ਤੇ ਜਿਨ੍ਹਾਂ ਦੋਸਤਾਂ ਦੀਆਂ ਮੱਝਾਂ ਬਿਮਾਰ ਹੋਈਆਂ ਨੇ ਤੇ ਸਰਕਾਰੀ ਡਾਕਟਰ ਇਲਾਜ ਕਰ ਗਏ ਨੇ ਉਹ ਵੀ ਆਪਣੀ ਰਾਏ ਦੇਵਣ। ਤੇ ਜਿਨ੍ਹਾਂ ਨੇ ਆਪਣਾ ਪ੍ਰਾਈਵੇਟ ਇਲਾਜ ਕਰਵਾਇਆ ਆਪਣੇ ਜਾਨਵਰਾਂ ਦਾ ਉਹ ਕਹਿੰਦੇ ਨੇ ਵੀ ਡਾਕਟਰ ਵੀ ਸਾਡੇ ਕੋਲ ਦਵਾਈ ਨਹੀਂ ਹੈਗੀ ਤੇ ਉਹ ਵੀ ਲਾਜ਼ਮੀ ਆਪਣੀ ਰਾਏ ਦੇਵਣ। ਤਾਂ ਹੁਣ ਮੈਂ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।